उधर फिरोजपुर ਦੇ ਵਿੱਚ ਲੁਟੇਰੀ ਦੁਲਹਨ ਗੈਂਗ ਦਾ ਪਰਦਾਫਾਸ਼ ਹੋਇਆ। ਵਿਆਹ ਦੇ ਨਾਮ ਤੇ ਮੁੰਡੇ ਵਾਲਿਆਂ ਦੇ ਨਾਲ ਠੱਗੀ ਕਰਦੇ ਸੀ। ਪੁਲਿਸ ਨੇ ਚੱਲਦੇ ਵਿਆਹ ਤੋਂ ਠੱਗ ਲਾੜੀ ਨੂੰ ਚੁੱਕ ਲਿਆ। ਲੜਕੀ ਸਣੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿਚੋਲੇ ਤੇ ਝੂਠੇ ਰਿਸ਼ਤੇਦਾਰਾਂ ਨੂੰ ਵੀ ਦਬੋਚ ਲਿਆ ਹੈ। ਜਾਲੀ ਪਛਾਣ ਪੱਤਰ ਤੇ ਵਿਆਹ ਕਰਵਾ ਰਹੇ ਸੀ। ਸ਼ੱਕ ਹੋਣ ਤੇ ਮੰਦਿਰ ਦੇ ਪੰਡਿਤ ਨੇ ਪੁਲਿਸ ਨੂੰ ਇਤਲਾਹ ਦੇ ਦਿੱਤੀ। ਕੁੜੀ ਨੇ ਪੁਜਾਰੀ ਨੂੰ ਫਰਜ਼ੀ ਆਧਾਰ ਕਾਰਡ ਦਿਖਾਇਆ ਸੀ। ਚੱਲਦੇ ਵਿਆਹ 'ਚੋਂ ਲਾੜੀ ਨੂੰ ਚੁੱਕਿਆ ਹੈ ਜੋ ਕਿ ਝੂਠੇ ਵਿਆਹ ਕਰਦੇ ਸੀ। ਲੁੱਟਮਾਰ ਕਰਕੇ ਜਾਂ ਫਿਰ ਇਹ ਕਹੀਏ ਕਿ ਪੈਸੇ ਲੈ ਕੇ ਫਰਾਰ ਹੋ ਜਾਂਦੇ ਸੀ। ਲੜਕੀ ਸਣੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵਿਚੋਲੇ ਨੂੰ ਝੂਠੇ ਰਿਸ਼ਤੇਦਾਰਾਂ ਨੂੰ ਵੀ ਦਬੋਚਿਆ ਹੈ। ਜਾਲੀ ਪਛਾਣ ਪੱਤਰ ਤੇ ਵਿਆਹ ਕਰਵਾ ਰਹੇ ਸੀ। ਫਿਰੋਜ਼ਪੁਰ ਦੇ ਵਿੱਚ ਇਹ ਸਾਰਾ ਮਾਮਲਾ ਵਾਪਰਿਆ ਹੈ। ਫਿਰੋਜ਼ਪੁਰ ਦੇ ਵਿੱਚ ਲੁਟੇਰੀ ਦੁਲਹਨ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਹਜੇ ਅਸੀਂ ਮੌਕੇ ਤੇ ਸੀਗੇ। 3 ਦੋਸ਼ੀ ਆ ਜਿਹੜੇ ਉਹ ਭੱਜਣ 'ਚ ਕਾਮਯਾਬ। ਜਿਹੜਾ ਮੇਨ ਬੰਦਾ ਸੀ ਉਹ ਭੱਜ ਗਿਆ ਸੀਗਾ, ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ। 4 ਦੋਸ਼ੀ ਆ ਜਿਹੜੇ ਅਸੀਂ ਉਹ ਅਰੈਸਟ ਕਰ ਲਏ ਆ। ਜਿਹੜੇ ਮੇਨ ਦੋਸ਼ੀ ਆ ਉਹ ਭੱਜ ਗਿਆ, ਅਸੀਂ ਉਹਨੂੰ ਵੀ ਜਲਦੀ ਅਰੈਸਟ ਕਰ ਲਾਂਗੇ। ਸਰ ਇਹਨਾਂ ਬਾਰੇ ਪਤਾ ਕਿੱਦਾਂ ਲੱਗਾ ਤੁਹਾਨੂੰ? ਪਤਾ ਸਾਨੂੰ ਉਹਨਾਂ ਨੂੰ ਕਹਿੰਦੇ 31000 ਰੁਪਈਆ, ਜਿਹਨੇ ਦਰਸ਼ਨਾ ਦੇਵੀ ਨੇ ਦੱਸਿਆ ਵੀ 31000 ਰੁਪਈਆ, ਉਹ ਕਹਿੰਦੇ ਸਾਡੀ ਲੱਖ ਰੁਪਏ 'ਚ ਕਹਿੰਦੇ 31000 ਰੁਪਈਆ ਲੈ ਲਿਆ। ਫਿਰ ਉਹ ਕਹਿੰਦੇ ਇੱਕ ਸ਼ਗਨ ਹੋਰ ਆ ਵੀ ਲੜਕੀ ਨੂੰ ਅਸੀਂ 21000 ਰੁਪਈਆ ਕਹਿੰਦੇ 21 ਦੇਤਾ। ਫਿਰ ਉਹਨਾਂ ਕੋਲ ਇੰਨੇ ਕੁ ਪੈਸੇ ਸੀਗੇ, ਉਹਨਾਂ ਨੂੰ ਸ਼ੱਕ ਹੋ ਗਿਆ। ਉਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਵੀ ਸਾਨੂੰ ਇੱਕ ਆਹ ਕਰਕੇ। ਫਿਰ ਅਸੀਂ ਜਦੋਂ ਗਏ, ਸਾਨੂੰ ਦੇਖ ਕੇ ਕੁਝ ਭੱਜ ਗਏ। ਫਿਰ ਅਸੀਂ ਮੌਕੇ 'ਤੇ ਜਿਹੜੇ ਕਾਬੂ ਕੀਤਾ, ਉਹਨਾਂ ਕੋਲੋਂ ਜਾਲੀ ਦਸਤਾਵੇਜ਼ ਸਾਰੇ ਜਿਹੜੇ ਹੈਗੇ, ਆਧਾਰ ਕਾਰਡ, ਪੈਨ ਕਾਰਡ, ਅੱਜ ਉਹ ਤਫਤੀਸ਼ ਕਰ ਰਹੇ ਆ, ਉਹ ਜਾਲੀ ਮਿਲੇ ਇਹਨਾਂ ਕੋਲੋਂ। ਜਾਲੀ ਲੜਕਾ ਜਿਹੜਾ ਹੈਗਾ ਉਹ ਵੀ ਉਹਦਾ ਆਰਜੀ ਜਿਹੜਾ ਭਰਾ ਬਣਿਆ ਹੋਇਆ ਸੀ। ਹੋਇਆ ਕਿ ਹੁਣ ਮੈਂ ਤਾਂ ਉਹਦੇ ਡਾਕੂਮੈਂਟ ਦੇ ਤੇ ਸਕੂਲ ਦਾ ਸਰਟੀਫਿਕੇਟ ਸੀ ਜਿਹੜਾ ਉਹ ਮੈਂ ਪੰਡਤ ਨੂੰ ਪਕੜਾ ਤਾ ਤੇ ਕੁੜੀ ਇਹਨਾਂ ਦਾ ਫਰੋਡ ਨਿਕਲਿਆ, ਉਹ ਆਧਾਰ ਕਾਰਡ। ਬਸ ਆਹੀ ਗੱਲ। ਤੁਹਾਡਾ ਲਿੰਕ ਕਿਵੇਂ ਹੋਇਆ ਇਹਨਾਂ ਨਾਲ? ਲਿੰਕ ਮੇਰੇ ਜੀਜੇ ਦਾ ਭਰਾ ਬਣਿਆ ਹੋਇਆ, ਟਵਾਣੇ ਦਾ ਵਿਚੋਲਾ, ਤੇ ਉਹਦੇ ਗੱਲਬਾਤ ਕੀਤੀ ਸੀ ਜੀਜੇ ਨੇ। ਉਹ ਕਹਿੰਦਾ ਚੱਲ ਮੈਂ ਕਰਾ ਦੇਣਾ। कुड़ी वाले के प्रूफ होने सही नहीं है? वो फ्रॉड ने। हम मेरे बांधे की शादी करने के लिए आए थे यहाँ पे, तो हमने जैसे विचोले को लेके आए थे साथ में, तो विचोले ने हमारे को यहाँ पे लड़की दिखाई। उसने ये बोला कि जैसे आपकी सेटिंग मैंने वहाँ से लानी है, आपके आपको पसंद आए तो आप शादी करके ले जाना। जैसे ही हम वहाँ पे आए अपने मंदिर में, हमने अपने डॉक्यूमेंट दे दिए उसको साथ में। और जब पंडित जी ने सारे डॉक्यूमेंट चेक करे तो लड़की का आधार कार्ड नहीं पाया गया ओरिजिनल। तो इन्होंने क्या किया, लड़की का आधार कार्ड मंगवाया और लड़की वाले आधार कार्ड नहीं ला। क्या आधार कार्ड में क्या फर्क नजर आया? आधार कार्ड में पंडित जी को उसकी मतलब फेस में मैच नहीं कर रहा है। ਉਧਰ ਨਵਾਂਸ਼ਹਿਰ ਤੇ ਫਜ਼ਿਲਕਾ ਦੇ ਵਿੱਚ ਵੀ ਅਫਰੀਕਨ ਸਵਾਈਨ ਫੀਵਰ ਪਹੁੰਚ ਚੁੱਕਿਆ ਹੈ। 2 ਕਾਲੋਨੀਜ਼ ਨੂੰ ਪ੍ਰਭਾਵਿਤ ਜ਼ੋਨ ਐਲਾਨ ਦਿੱਤਾ ਗਿਆ ਹੈ। ਸੂਰਾਂ ਦੇ ਸੈਂਪਲ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਫੀਵਰ ਦੀ ਪੁਸ਼ਟੀ ਹੋਈ ਹੈ। ਬਿਮਾਰੀ ਦੇ ਕੇਂਦਰਾਂ ਤੋਂ 1 ਕਿਲੋਮੀਟਰ ਤੱਕ ਦਾ ਇਲਾਕਾ ਸੰਕਰਮਣ ਜ਼ੋਨ ਐਲਾਨ ਦਿੱਤਾ ਗਿਆ ਹੈ। 1 ਤੋਂ 10 ਕਿਲੋਮੀਟਰ ਦਾ ਖੇਤਰ ਨਿਗਰਾਨੀ ਜ਼ੋਨ ਹੈ। ਸੂਰਾਂ ਨੂੰ ਇਨਫੈਕਟਡ ਜ਼ੋਨ ਤੋਂ ਬਾਹਰ ਲਿਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਨਫੈਕਟਡ ਜ਼ੋਨ ਦੇ ਵਿੱਚ ਸੂਰਾਂ ਨੂੰ ਮਾਰਨ ਦੇ ਲਈ ਵੀ ਮੁਆਵਜ਼ਾ ਮਿਲੇਗਾ। ਜਿਹੜੇ ਸੂਰ ਇਨਫੈਕਟਡ ਨੇ ਉਹਨਾਂ ਨੂੰ ਮਾਰਨ ਦੇ ਲਈ ਸਰਕਾਰ ਮੁਆਵਜ਼ਾ ਦੇਵੇਗੀ। ਇਸ ਤੋਂ ਪਹਿਲਾਂ ਵੀ ਪਟਿਆਲਾ ਇਲਾਕੇ ਦੇ ਵਿੱਚ ਇਹ ਪੁਸ਼ਟੀ ਹੋਈ ਸੀ ਇਸ ਸੈਂਪਲ ਦੀ, ਤਾਂ ਉਦੋਂ ਵੀ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਹਨਾਂ ਸੂਰਾਂ ਨੂੰ ਮਾਰਿਆ ਜਾਵੇ ਤਾਂ ਕਿ ਇਹ ਵਾਇਰਸ ਹੋਰ ਨਾ ਫੈਲੇ, ਇਹ ਫੀਵਰ ਹੋਰ ਨਾ ਫੈਲੇ। ਤਾਂ ਇਹ ਵੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਰਕਾਰ ਇਸ ਦੇ ਲਈ ਸੂਰ ਪਾਲਕਾਂ ਨੂੰ ਮੁਆਵਜ਼ਾ ਦੇਵੇਗੀ। ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਈਸ਼ਵਰ ਸਿੰਘ ਨੂੰ ਏਡੀਜੀਪੀ ਲਾਅ ਐਂਡ ਆਰਡਰ ਦੇ ਅਹੁਦੇ ਤੋਂ ਹਟਾ ਕੇ ਅਰਪਿਤ ਸ਼ੁਕਲਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਐਸਕੇ ਵਰਮਾ ਨੂੰ ਆਈਜੀ ਲਾਅ ਐਂਡ ਆਰਡਰ ਨਿਯੁਕਤ ਕੀਤਾ ਗਿਆ ਹੈ ਤੇ ਪ੍ਰਵੀਨ ਸਿਨਹਾ ਨੂੰ ਏਡੀਜੀਪੀ ਸਾਈਬਰ ਕ੍ਰਾਈਮ ਲਾਇਆ ਗਿਆ ਹੈ। 21 ਆਈਪੀਐਸ ਅਫਸਰਾਂ ਦਾ ਤਬਾਦਲਾ ਹੋਇਆ। ਕੁੱਲ 54 ਆਈਪੀਐਸ ਤੇ ਪੀਪੀਐਸ ਅਫਸਰਾਂ ਦੇ ਤਬਾਦਲੇ ਹੋਏ ਨੇ। ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰਬਦਲ। ਅਰਪਿਤ ਸ਼ੁਕਲਾ ਨੂੰ ਏਡੀਜੀਪੀ ਲਾਅ ਐਂਡ ਆਰਡਰ ਲਗਾਇਆ ਗਿਆ ਹੈ ਤੇ ਐਸਕੇ ਵਰਮਾ ਨੂੰ ਆਈਜੀ ਲਾਅ ਐਂਡ ਆਰਡਰ ਨਿਯੁਕਤ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਪ੍ਰਵੀਨ ਸਿਨਹਾ ਏਡੀਜੀਪੀ ਸਾਈਬਰ ਕ੍ਰਾਈਮ ਹੋਣਗੇ। ਨਵੀਂ ਸਰਕਾਰ ਦੇ ਵੱਲੋਂ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਨੇ। 14 ਬੋਰਡਾਂ ਦੇ ਨਵੇਂ ਚੇਅਰਮੈਨ ਨਿਯੁਕਤ ਹੋਏ ਨੇ। ਰਮਨ ਬਹਿਲ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਡਾਕਟਰ ਸਨੀ ਆਲੂਵਾਲੀਆ ਨੂੰ ਪੰਜਾਬ ਵਾਟਰ ਸਪਲਾਈ ਦਾ ਚੇਅਰਮੈਨ ਲਗਾਇਆ ਗਿਆ ਹੈ। ਜ਼ਿੰਮੇਵਾਰੀ ਸੌਂਪੀ ਗਈ ਹੈ, ਲਿਸਟ ਜਾਰੀ ਕੀਤੀ ਗਈ ਹੈ। ਰਮਨ ਬਹਿਲ ਨੂੰ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ ਗਿਆ ਹੈ। ਇੰਦਰਜੀਤ ਮਾਨ ਖਾਦੀ ਬੋਰਡ, ਡਾਕਟਰ ਸਨੀ ਆਲੂਵਾਲੀਆ ਵਾਟਰ ਸਪਲਾਈ ਸੀਵਰੇਜ ਬੋਰਡ, ਨਰਿੰਦਰ ਸ਼ੇਰਗਿਲ ਮਿਲਕਫੈਡ, ਰਣਜੀਤ ਚੀਮਾ ਵਾਟਰ ਰਿਸੋਰਸ ਮੈਨੇਜਮੈਂਟ ਕਾਰਪੋਰੇਸ਼ਨ, ਅਸ਼ੋਕ ਸਿੰਗਲਾ ਗਊ ਸੇਵਾ ਸਮਤੀ ਕਮਿਸ਼ਨ ਦੇ ਚੇਅਰਮੈਨ ਲਗਾਏ ਗਏ ਨੇ। विभूति शर्मा ਨੂੰ टूरिज्म डेवलपमेंट कॉर्पोरेशन का चेयरमैन लगाया गया है। अनिल ठाकुर ट्रेडर्स बोर्ड, गुरदेव सिंह स्टेट वेयर हाउसिंग कॉर्पोरेशन, मोहिंदर सिद्धू स्टेट सीड्स कॉर्पोरेशन, सुरेश गोयल स्टेट कोऑपरेटिव एग्रीकल्चरल डेवलपमेंट बैंक, नवदीप जीदा शुगरफेड, बलबीर सिंह पन्नू पंसब, राकेश पुरी
ਸਟੇਟ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਲਗਾਏ ਗਏ ਨੇ। 14 ਬੋਰਡਾਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਨੇ। ਆਮ ਆਦਮੀ ਪਾਰਟੀ ਵੱਲੋਂ ਮੈਨੂੰ ਬਤੌਰ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਦਿੱਤੀ ਆ। ਉਹਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਸ਼੍ਰੀ ਰਾਘਵ ਚੱਡਾ ਜੀ ਮੈਂਬਰ ਪਾਰਲੀਮੈਂਟ, ਸ਼੍ਰੀ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ, ਸ਼੍ਰੀ ਸੰਦੀਪ ਪਾਠਕ ਜੀ ਮੈਂਬਰ ਪਾਰਲੀਮੈਂਟ ਔਰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਵਿਸ਼ਵਾਸ ਦਿਵਾਉਂਦਾ ਕਿ ਪੂਰੀ ਤਨਦੇਹੀ ਨਾਲ ਜਿਹੜੀ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਉਹਨੂੰ ਨਿਭਾਵਾਂਗੇ। ਸਾਬਕਾ ਕੈਬਨਿਟ ਮੰਤਰੀ ਹਾਦਸੇ ਦਾ ਸ਼ਿਕਾਰ ਹੋਏ ਨੇ। ਰਾਣਾ ਗੁਰਜੀਤ ਵਾਲ ਬਚੇ ਨੇ। ਇਸ ਹਾਦਸੇ ਦੇ ਵਿੱਚ ਹਿਮਾਚਲ ਦੇ ਚਹਿਲ ਨੇੜੇ ਹਾਦਸਾ ਹੋਇਆ। ਗੱਡੀ ਪਲਟ ਗਈ ਹੈ, ਫੋਰਚੂਨਰ ਗੱਡੀ ਪਲਟ ਗਈ। ਹਿਮਾਚਲ ਦੇ ਚਹਿਲ ਨੇੜੇ ਹਾਦਸਾ ਹੋਇਆ ਲੇਕਿਨ ਬਚਾਅ ਰਹਿ ਗਿਆ। ਖਾਈ ਡੂੰਗੀ ਸੀ ਜਿਸ ਪਾਸੇ ਪਲਟੀ, ਲੇਕਿਨ ਗੱਡੀ ਦਾ ਟਾਇਰ ਇੱਕ ਦਰਖਤ ਦੇ ਨਾਲ ਫਸ ਕੇ ਜ਼ਿਆਦਾ ਥੱਲੇ ਗੱਡੀ ਨਹੀਂ ਗਈ। ਇਸ ਹਾਦਸੇ ਦੇ ਵਿੱਚ ਮਾਮੂਲੀ ਸੱਟਾਂ ਆਈਆਂ ਨੇ ਰਾਣਾ ਗੁਰਜੀਤ ਨੂੰ, ਲੇਕਿਨ ਵਾਲ ਬਚੇ ਨੇ। ਹਿਮਾਚਲ ਦੇ ਚਹਿਲ ਨੇੜੇ ਇਹ ਹਾਦਸਾ ਹੋਇਆ ਹੈ। कर गई थोड़ा गिली सी रहा जी ते बाकी मालिक दी बड़ी कृपा रही कि जो साडी गड्डी टर्न की ना सिर्फ 10 फुट ऐसे थले गए जी जी ते टायर एक पेड़ चढ़ गया। उन्हें फिर सारा हादसा फेटल एक्सीडेंट नूं बचाता। ठीक है, थोड़ी जी ठोकिया गया शरीर, नथिंग मोर देन दैट। ਤੇ ਤੁਸੀਂ ਇਸ ਵੇਲੇ ਕਿੱਥੇ ਹੋ ਰਾਣਾ ਜੀ? मैं कपूरथले। ਅੱਛਾ, ਤੁਸੀਂ ਕਪੂਰਥਲੇ ਪਹੁੰਚ ਚੁੱਕੇ ਹੋ ਇਸ ਵੇਲੇ? कपूरथले आके मेरे टूर्नामेंट सी 6 बजे मैं अटेंड जी। किया, 7:30 तक उत्थे रहा। हुण इधर अपने लोकां च ਕੋਟਕਪੂਰਾ ਤੋਂ ਬਾਅਦ ਹੁਣ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੂੰ ਸਮਨ ਕੀਤਾ ਗਿਆ ਹੈ। ਸੁਖਬੀਰ ਬਾਦਲ ਇਸ ਨੂੰ ਸਿਆਸੀ ਡਰਾਮਾ ਦੱਸ ਰਹੇ ਨੇ, ਪਰ ਆਮ ਆਦਮੀ ਪਾਰਟੀ ਅੱਜ ਵੀ ਇਹੀ ਸਵਾਲ ਪੁੱਛ ਰਹੀ ਹੈ ਕਿ ਗੋਲੀ ਕਿਸ ਨੇ ਚਲਵਾਈ। ਜਦੋਂ ਜਿੰਨੇ ਮਰਜ਼ੀ ਸਮਨ ਕਰਦੇ, ਜਦੋਂ ਜਿੱਥੇ ਮਰਜ਼ੀ ਕਰਨ, ਮੈਂ ਤਿਆਰ ਆ ਜਾਣ। ਬੇਅਦਬੀ ਤੇ ਗੋਲੀकांड ਦੇ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਦੀ ਚੁਣੌਤੀ ਹੈ। ਬਹਿਬਲ ਕਲਾਂ ਗੋਲੀकांड ਦੇ ਵਿੱਚ ਸੁਖਬੀਰ ਬਾਦਲ ਨੂੰ ਐਸਆਈਟੀ ਦੇ ਵੱਲੋਂ 6 ਸਤੰਬਰ ਨੂੰ ਸਮਨ ਕੀਤਾ ਗਿਆ ਹੈ ਤੇ ਕੋਟਕਪੂਰਾ ਗੋਲੀकांड ਦੇ ਵਿੱਚ 14 ਸਤੰਬਰ ਨੂੰ। ਪਰ ਸੁਖਬੀਰ ਬਾਦਲ ਦਾ ਦਾਅਵਾ ਹੈ ਕਿ ਉਹ ਕਿਤੇ ਵੀ ਪੇਸ਼ ਹੋਣ ਦੇ ਲਈ ਤਿਆਰ ਨੇ, ਉਹਨਾਂ ਨੂੰ ਕੋਈ ਡਰ ਨਹੀਂ ਹੈ ਅਤੇ ਸਿਰਫ ਸਿਆਸੀ ਡਰਾਮਾ ਹੋ ਰਿਹਾ ਹੈ। ਜਦਕਿ ਆਮ ਆਦਮੀ ਪਾਰਟੀ ਪੁੱਛ ਰਹੀ ਹੈ ਕਿ ਸੁਖਬੀਰ ਬਾਦਲ ਇਹ ਦੱਸਣ ਕਿ ਗੋਲੀ ਕਿਸ ਤੇ ਕਹਿਣ ਤੇ ਚੱਲੀ ਸੀ। ਮੈਂ ਕਿਹਾ ਜੀ ਦੱਸੋ ਕਦੋਂ ਆਉਣਾ ਹੈ, ਤੇ ਮੈਂ ਆਪ ਉਹਨੂੰ ਟੈਲੀਫੋਨ ਕੀਤਾ। ਅੱਜ ਵੀ ਅੱਜ 6 ਤਰੀਕ ਮੈਂ ਕਿ ਲਿਆਓ, ਸਾਨੂੰ ਕੋਈ ਡਰ ਦੀ ਲੋੜ ਨਹੀਂ। ਇਹਨਾਂ ਕੋਲੇ ਆਪਣੀ ਜਿਹੜੀ ਸਰਕਾਰ ਹੈ, ਪਹਿਲੇ ਕਾਂਗਰਸ ਨੇ 5 ਸਾਲ ਡਰਾਮਾ ਕੀਤਾ ਬੇਅਦਬੀ ਦੇ ਨਾਂ ਤੇ, ਦੋਸ਼ੀਆਂ ਨੂੰ ਫੜਨ ਦੀ ਬਜਾਏ ਪੋਲੀਟੀਕਲ ਗੇਮ ਕੀਤੀ। ਹੁਣ ਆਪ ਕਰ ਰਹੀ ਹੈ, ਆਪਣੀਆਂ ਕਮਜ਼ੋਰੀਆਂ ਲੁਕਾਉਣ ਤੇ ਲੱਗੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹੀਦਾ ਕਿ ਜਦੋਂ ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਹੋਇਆ, ਜਦੋਂ ਬਰਗਾੜੀ ਦੇ ਵਿੱਚ ਸਾਡੇ ਗੁਰੂ ਦੇ ਅੰਗਾਂ ਦੀ ਬੇਅਦਬੀ ਹੋਈ, ਉਹ ਪੰਜਾਬ ਦੇ ਹੋਮ ਮਿਨਿਸਟਰ ਸੀਗੇ, ਉਹ ਡਿਪਟੀ ਮੁੱਖ ਮੰਤਰੀ ਸੀਗੇ। ਅਸੀਂ ਸਵਾਲ ਉਹਨਾਂ ਦੇ ਕੀ ਕਰ ਰਹੇ? ਅਸੀਂ ਸਵਾਲ ਕਰ ਰਹੇ ਕਿ ਸਾਰੇ ਦੱਸਿਆ ਜਾਵੇ ਕਿ ਗੋਲੀ ਕਿਹਦੇ ਆਰਡਰ ਨਾਲ ਚੱਲੀ ਹੈ। ਸੁਖਬੀਰ ਬਾਦਲ ਨੇ 30 ਅਗਸਤ ਦੀ ਤਰੀਕ ਤੇ ਪੇਸ਼ ਨਾ ਹੋਣ ਦੇ ਮਾਮਲੇ ਤੇ ਵੀ ਸਪਸ਼ਟੀਕਰਨ ਦਿੱਤਾ ਹੈ। 30 ਤਰੀਕ ਨੂੰ ਮੇਰੀ ਕੋਰਟ ਵਿੱਚ ਤਰੀਕ ਸੀ, ਜੀਰੇ ਕੋਰਟ ਵਿੱਚ। ਮੈਂ ਉੱਥੇ ਪੁਰਾਣੀ ਤਰੀਕ ਸੀ। ਮੈਂ ਆਪ ਟੈਲੀਫੋਨ ਕੀਤਾ, ਉਹਨਾਂ ਨੇ ਨਹੀਂ ਕੀਤਾ। ਮੈਂ ਕਿਹਾ ਅਖਬਾਰਾਂ 'ਚ ਤੁਸੀਂ ਸਮਨ ਕਹਤੇ ਆ, ਮੈਂ ਤਾਂ ਹੈ ਨਹੀਂ ਸੀ। ਤੁਸੀਂ ਕਹਿੰਦਾ ਤੁਸੀਂ ਉਦੋਂ ਆਏ ਸੀ। ਮੈਂ ਕਿਹਾ ਉਦੋਂ ਆਊਟ ਆਫ ਕੰਟਰੀ ਹੈ, ਤੁਹਾਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ ਮੈਂ ਛੁੱਟ ਕਹਿ ਕੇ ਗਿਆ। ਤੇ ਫਿਰ ਮੈਂ ਆਪ ਟੈਲੀਫੋਨ ਕੀਤਾ ਅਫਸਰਾਂ ਨੂੰ, ਮੈਂ ਕਿਹਾ ਜੀ ਦੱਸੋ ਕਦੋਂ ਆਉਣਾ। ਐਸਆਈਟੀ ਦੇ ਵੱਲੋਂ ਸੁਖਬੀਰ ਬਾਦਲ ਨੂੰ ਸਮਨ ਕੀਤੇ ਜਾਣ ਤੇ ਕਾਂਗਰਸ ਦਾ ਵੀ ਬਿਆਨ ਸਾਹਮਣੇ ਆਇਆ ਹੈ। ਕਾਂਗਰਸ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਹਨਾਂ ਦੇ ਸਮੇਂ ਜੋ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕੀ। ਅਸੀਂ ਸਰਕਾਰ ਬਣਾਈ, ਅਸੀਂ ਕਿਹਾ ਕਿ ਅਸੀਂ ਇਹਦਾ 6 ਮਹੀਨਿਆਂ ਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਔਰ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਲੇਕਿਨ ਅਸੀਂ ਕੱਖ ਨਹੀਂ ਕੀਤਾ। ਕਾਂਗਰਸ ਸਰਕਾਰ ਦੇ ਸਮੇਂ ਵੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਤੋਂ ਪੁੱਛਗਿੱਛ ਹੋਈ ਸੀ। ਸਵਾਲ ਇਹੀ ਹੈ ਕਿ ਹੁਣ ਐਸਆਈਟੀ ਦੇ ਕੋਲ ਪੁੱਛਣ ਦੇ ਲਈ ਨਵਾਂ ਕੀ ਹੈ ਤੇ ਐਸਆਈਟੀ ਨੂੰ ਨਵੇਂ ਕਿਹੜੇ ਸਬੂਤ ਮਿਲੇ ਨੇ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਨਪਿੰਦਰ ਬਰਾੜ, ਨਿਊਜ਼ 18।
ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਅਸੀਂ ਬੰਦੀ ਸਿੱਖ ਰਿਹਾ ਕਰ ਦਿੱਤੇ ਨੇ। 2 ਕੇਸ ਹੀ ਪੈਂਡਿੰਗ ਨੇ, ਇੱਕ ਕੇਸ ਕੇਜਰੀਵਾਲ ਸਰਕਾਰ ਕੋਲ ਹੈ ਤੇ ਇੱਕ ਕਰਨਾਟਕਾ ਕੋਰਟ ਦੇ ਵਿੱਚ ਪੈਂਡਿੰਗ ਹੈ। ਬਾਕੀ ਕਿਹੜੇ ਬੰਦੀ ਸਿੱਖ ਨੇ ਸਾਨੂੰ ਲਿਸਟ ਦਿੱਤੀ ਜਾਵੇ। सिखों का विषय है। प्रकाशोत्सव के समय में माननीय मोदी जी के निर्देश पर सरकार ने घोषणा की थी। उस घोषणा में से 2 को छोड़ करके बाकी पूरी घोषणा इंप्लीमेंट हो गई है। सब लोगों को जिनको छोड़ा जाना था छोड़ा गया है, जिसके डेथ सेंटेंस को लाइफ सेंटेंस में कन्वर्ट करना था वो भी हुआ है। एक केस दिल्ली में पेंडिंग है, केजरीवाल साहब बेहतर जवाब दे सकते हैं उसका। दूसरा कर्नाटका के न्यायालय में पेंडिंग है। इसके अतिरिक्त जो बंदी सिखों का विषय बार बार लाया जाता है, चुनाव के समय से लेकर के आज तक मैंने जिन लोगों ने भी ये विषय मेरे संज्ञान में लाया, मैंने उनसे आग्रह किया कि आप मुझे एक सूची दीजिएगा। मैं हाथ जोड़ करके आपको भी प्रार्थना करता हूं कि एक सूची मुझे